चीन ने दोष लाया कैनेडा ते अमरीका के कहण ते कोझियां चालां चलन दा। देश की 80% तो वध एलिजिबल आबादी हो चुकी है फुली वैक्सीनेटेड। अनवैक्सीनेटेड कोविड-19 मरीजों ने तोड़ी हैल्थ केयर सिस्टम की कमर। भारत कैनेडा विचाले शुरू हुई सीधियां उड़ाना, पर चीन अजे भी नहीं है राजी भारतीयों को चीन दाखला देने ते। तुसीं वेख रहे हो प्रोग्राम खबरसार हफ्तावार। मैं मनिंदर गरेवाल। अमरीकी अदालत नाल होए चुप-चुपी ते डेफर्ड प्रोसिक्यूशन समझौते मगरों 24 सितंबर ਨੂੰ ਵਾਵੇ ਚੀਫ ਫਾਈਨੈਂਸ਼ੀਅਲ ਆਫਿਸਰ ਮੰਗ ਵਾਂਗਸ਼ੋ ਸ਼ਨੀਵਾਰ ਨੂੰ ਚੀਨ ਪਹੁੰਚ ਗਈ, ਜਿੱਥੇ ਉਸ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ। ਉਸ ਦੇ ਸਵਾਗਤ ਵਾਸਤੇ ਬਕਾਇਦਾ ਰੈੱਡ ਕਾਰਪਟ ਵਿਛਾਇਆ ਗਿਆ। ਮੀਡੀਆ ਉਸ ਨੂੰ ਵੇਖਣ ਵਾਸਤੇ ਪੱਬਾਂ ਭਾਰ ਖੜਾ ਸੀ। ਉਸ ਦੀ ਚੀਨ ਵਾਪਸੀ ਟੀਵੀ ਤੇ ਵੀ ਵਿਖਾਈ ਗਈ ਹੈ। ਉਸ ਨੂੰ ਚੀਨ ਦੀ ਸਰਕਾਰ ਦੇਸ਼ ਭਗਤ ਕਹਿੰਦੀ ਹੈ, ਜੋ 3 ਸਾਲ ਵੈਨਕੂਵਰ ਦੇ ਆਲੀਸ਼ਾਨ ਬੰਗਲੇ ਵਿੱਚ ਨਜ਼ਰਬੰਦੀ ਵਿੱਚ ਬੜੇ ਹੀ ਔਖੇ ਦਿਨ ਕੱਟ ਕੇ ਗਈ ਹੈ। BC ਸੁਪਰੀਮ ਕੋਰਟ ਦੀ ਜੱਜ ਨੇ ਇਸ ਮੌਕੇ ਵਾਂਸ਼ੋ ਦਾ ਅਜੇ ਤੱਕ ਦੀ ਜਾਂਚ ਵਿੱਚ ਦਿੱਤੇ ਸਹਿਯੋਗ ਲਈ ਉਚੇਚਾ ਧੰਨਵਾਦ ਵੀ ਕੀਤਾ। ਅਮਰੀਕਾ ਵੱਲੋਂ ਈਰਾਨ ਤੇ ਲਾਏ ਗਏ ਸੈਂਕਸ਼ਨਸ ਦੇ ਬਾਵਜੂਦ ਉਸ ਨੂੰ ਅਮਰੀਕੀ ਸਾਜ਼ੋ ਸਮਾਨ ਵੇਚ ਰਹੀ ਹਾਂਗਕਾਂਗ ਦੀ ਕੰਪਨੀ ਸਕਾਈਕਾਮ ਟੈਕ ਵਾਸਤੇ ਵਾਵੇ ਦੇ ਨਾਂ ਤੇ HSBC ਤੋਂ ਵੱਡਾ ਲੋਨ ਲੈਣ ਦੀ ਸਾਜ਼ਿਸ਼ ਵਿੱਚ ਵਾਂਸ਼ੋ ਸ਼ਾਮਿਲ ਸੀ ਜਾਂ ਨਹੀਂ। ਜੇ ਸੀ ਤਾਂ ਹੁਣ US ਨੇ ਉਸ ਨੂੰ ਕਿਹਨਾਂ ਸ਼ਰਤਾਂ ਤਹਿਤ ਮਾਫੀ ਦੇ ਕੇ ਕੈਨੇਡਾ ਤੋਂ US ਨਾ ਆਉਣ ਦੀ ਬਜਾਏ ਚੀਨ ਜਾਣ ਦੀ ਇਜਾਜ਼ਤ ਦਿੱਤੀ, ਇਹ ਇੱਕ ਰਿਹਾਸ ਰਹੇਗਾ। ਪਰ ਡੋਨਲਡ ਟਰੰਪ ਦੇ ਕਹਿਣ ਤੇ ਉਸ ਨੂੰ 3 ਸਾਲ ਪਹਿਲਾਂ ਗ੍ਰਿਫਤਾਰ ਕਰਨ ਵਾਲੇ ਕੈਨੇਡਾ ਤੇ ਹੁਣ ਚੀਨ ਡਰਟੀ ਗੇਮਸ ਖੇਲਣ ਦਾ ਦੋਸ਼ ਜ਼ਰੂਰ ਲਾ ਰਿਹਾ ਹੈ। ਟਰੰਪ ਦੇ ਦਬਾਅ ਵਿੱਚ ਆ ਕੇ ਖਾਮਖਾ ਕੀਤੀ ਇਸ ਗ੍ਰਿਫਤਾਰੀ ਦੇ ਬਦਲੇ ਚੀਨ ਵੱਲੋਂ ਗ੍ਰਿਫਤਾਰ ਕੀਤੇ ਗਏ 2 ਕੈਨੇਡੀਅਨ ਨਾਗਰਿਕਾਂ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ, ਜੋ ਅਜੇ ਤੱਕ ਚੀਨ ਵਾਸਤੇ ਜਸੂਸ ਸਨ, ਚੀਨ ਦੀ ਕੌਮੀ ਸੁਰੱਖਿਆ ਲਈ ਖਤਰਾ ਵੀ ਸਨ। ਉਹਨਾਂ ਨੂੰ ਵਾਂਜੋ ਦੀ ਫਲਾਈਟ ਕੈਨੇਡਾ ਤੋਂ ਰਵਾਨਾ ਹੁੰਦੇ ਸਾਰ ਚੀਨ ਤੋਂ ਛੱਡ ਦਿੱਤਾ ਗਿਆ ਤੇ ਉਹ ਵੀ ਅਗਲੇ ਹੀ ਦਿਨ ਕੈਨੇਡਾ ਵਾਪਸ ਆ ਗਏ। ਚੀਨ ਸਾਰੀ ਦੁਨੀਆ ਵਿੱਚ ਹੋਸਟੇਜ ਡਿਪਲੋਮੇਸੀ ਵਾਸਤੇ ਜਾਣਿਆ ਜਾਂਦਾ ਹੈ, ਪਰ ਚੀਨ ਦਾ ਕਹਿਣਾ ਹੈ ਕਿ ਦੋਹਾਂ ਮਾਈਕਲਸ ਦੀ ਗ੍ਰਿਫਤਾਰੀ ਉਸਨੇ ਬਦਲੇ ਦੀ ਭਾਵਨਾ ਨਾਲ ਕੀਤੀ ਹੀ ਨਹੀਂ ਸੀ, ਸਗੋਂ ਉਸ ਦੀ ਦਰਿਆਦਿਲੀ ਵੇਖੋ ਕਿ ਉਸਨੇ ਦੋਹਾਂ ਨੂੰ ਉਹਨਾਂ ਦੀ ਸਿਹਤ ਵਿਗੜ ਰਹੇ ਹੋਣ ਕਾਰਨ ਜ਼ਮਾਨਤ ਦਿੱਤੀ ਹੈ। ਚੀਨ ਨੇ ਇੱਥੇ ਹੀ ਬਸ ਨਹੀਂ ਕੀਤੀ। ਹੁਣ ਉਸ ਦਾ ਇਹ ਵੀ ਦਾਅਵਾ ਹੈ ਕਿ ਦੋਵੇਂ ਕੈਨੇਡੀਅਨ ਨਾਗਰਿਕਾਂ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਨੇ ਜਾਸੂਸੀ ਦੇ ਮਾਮਲੇ ਵਿੱਚ ਲਿਖਤੀ ਬਿਆਨ ਵੀ ਦਿੱਤਾ ਹੈ। ਉਹਨਾਂ ਆਪਣੀ ਗਲਤੀ ਮੰਨੀ ਹੈ। ਚੀਨ ਨੇ ਕਿਸੇ ਦੀ ਗਲਤੀ ਮੰਨਣ ਤੇ ਉਸ ਨੂੰ ਇੰਜ ਕਦੇ ਰਿਹਾ ਕੀਤਾ ਹੋਵੇ, ਇਹ ਸੁਣਿਆ ਨਹੀਂ ਗਿਆ। ਦੱਸਦੇ ਚੱਲੀਏ ਕਿ 115 ਹੋਰ ਕੈਨੇਡੀਅਨ ਸਾਲਾਂ ਤੋਂ ਚੀਨ ਦੀਆਂ ਜੇਲ੍ਹਾਂ ਵਿੱਚ ਬੰਦ ਚੀਨੀ ਸਰਕਾਰ ਦੇ ਇਸੇ ਤਰਸ ਦੀ ਉਡੀਕ ਕਰ ਰਹੇ ਨੇ। 12 ਸਾਲ ਅਤੇ ਇਸ ਤੋਂ ਵੱਡੀ ਉਮਰ ਦੀ 80% ਯੋਗ ਆਬਾਦੀ ਕੋਵਿਡ-19 ਤੋਂ ਬਚਾਅ ਵਾਸਤੇ ਫੁਲੀ ਵੈਕਸੀਨੇਟਡ ਹੋ ਚੁੱਕੀ ਹੈ। ਕੈਨੇਡਾ ਵਿੱਚ ਬਜ਼ੁਰਗਾਂ ਅਤੇ ਇਨਫੈਕਸ਼ਨ ਦੇ ਵਧੇਰੇ ਖਤਰੇ ਹੇਠ ਚੱਲ ਰਹੇ ਵਿਅਕਤੀਆਂ ਦਾ ਟੀਕਾਕਰਨ ਲੰਘੇ ਸਾਲ ਦਸੰਬਰ ਦੇ ਮੱਧ ਤੋਂ ਸ਼ੁਰੂ ਕੀਤਾ ਗਿਆ ਸੀ। ਡੋਜ਼ਸ ਦੀ ਸਪਲਾਈ ਵਿੱਚ ਸ਼ੁਰੂਆਤੀ ਹਿਚਕੀਆਂ ਅਤੇ ਵੈਕਸੀਨ ਲੈਣ ਵਿੱਚ ਹਿਚਕਿਚਾਹਟ ਦੇ ਬਾਵਜੂਦ 80% ਤੋਂ ਵੱਧ ਯੋਗ ਕੈਨੇਡੀਅਨ ਆਬਾਦੀ ਫੁਲੀ ਵੈਕਸੀਨੇਟਡ ਹੋ ਗਈ ਦੱਸੀ ਜਾਂਦੀ ਹੈ ਤੇ ਹੁਣ ਤਿਆਰੀ 5 ਤੋਂ 11 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਸ਼ੁਰੂ ਕਰਨ ਦੀ ਹੈ। ਉਡੀਕ ਕੀਤੀ ਜਾ ਰਹੀ ਹੈ ਕਿ ਫਾਈਜ਼ਰ ਵੱਲੋਂ ਤਿਆਰ ਕੀਤੇ ਇੱਕ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਏ। US ਵਿੱਚ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਅਕਤੂਬਰ ਦੇ ਅੰਤ ਤੱਕ ਇਹ ਕੰਮ ਸ਼ੁਰੂ ਹੋ ਵੀ ਸਕਦਾ ਹੈ। ਉਧਰ ਕਿਊਬੈਕ ਹੈਲਥ ਕੇਅਰ ਨੈਟਵਰਕ ਦੇ 17,642 ਕਰਮਚਾਰੀ ਹੀ ਅਜੇ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲੈ ਸਕੇ, ਕਿਉਂਕਿ ਉਹ ਲੈਣਾ ਨਹੀਂ ਚਾਹੁੰਦੇ। ਜ਼ਾਹਿਰ ਹੈ ਕਿ ਇਹ ਕਰਮਚਾਰੀ ਕਿਊਬੈਕ ਸਰਕਾਰ ਵੱਲੋਂ ਮਿੱਥੀ ਗਈ 15 ਅਕਤੂਬਰ ਦੀ ਸਮਾਂ ਸੀਮਾ ਤੱਕ ਤਾਂ ਫੁਲੀ ਵੈਕਸੀਨੇਟਡ ਨਹੀਂ ਹੋ ਪਾਉਣਗੇ ਤੇ ਇਸ ਕਰਕੇ 17,000 ਤੋਂ ਵੱਧ ਹੈਲਥ ਕੇਅਰ ਕਰਮਚਾਰੀਆਂ ਨੂੰ ਇਕੱਲੇ ਕਿਊਬੈਕ ਵਿੱਚ ਸਸਪੈਂਡ ਕਰ ਦਿੱਤਾ ਜਾਏਗਾ। ਜਿਨ੍ਹਾਂ ਵਿੱਚੋਂ ਅੱਧੇ ਕਰਮਚਾਰੀ ਫਰੰਟ ਲਾਈਨ ਹੈਲਥ ਕੇਅਰ ਵਰਕਰਸ ਨੇ, ਜਿਨ੍ਹਾਂ ਦਾ ਮਰੀਜ਼ਾਂ ਨਾਲ ਹਰ ਰੋਜ਼ ਸਿੱਧਾ ਵਾਹ ਪੈਂਦਾ ਹੈ। ਮਰੀਜ਼ ਉਹਨਾਂ ਦੀ ਮੌਜੂਦਗੀ ਵਿੱਚ ਵੀ ਖਤਰੇ ਵਿੱਚ ਨੇ ਤੇ ਇਹਨਾਂ ਵਰਕਰਸ ਦੀ ਛੁੱਟੀ ਹੋ ਜਾਣ ਤੇ ਪੈਦਾ ਹੋਣ ਵਾਲੀ ਸ਼ਾਰਟੇਜ ਦਾ ਨੁਕਸਾਨ ਵੀ ਮਰੀਜ਼ਾਂ ਨੂੰ ਹੋਣ ਵਾਲਾ ਹੈ। ਕਿਊਬੈਕ ਸਰਕਾਰ ਨੇ ਕਿਹਾ ਹੋਇਆ ਹੈ ਕਿ 15 ਅਕਤੂਬਰ ਤੱਕ ਫੁਲੀ ਵੈਕਸੀਨੇਟਡ ਨਾ ਹੋਣ ਵਾਲੇ ਹੈਲਥ ਕੇਅਰ ਵਰਕਰਸ ਨੂੰ ਸਸਪੈਂਡ ਕਰ ਦਿੱਤਾ ਜਾਏਗਾ। ਚੇਤੇ ਰਹੇ ਕਿ ਸਸਪੈਂਡ ਹੋਣ ਜਾ ਰਹੇ ਇਹਨਾਂ 17,642 ਵਰਕਰਸ ਤੋਂ ਇਲਾਵਾ ਵੀ ਹਜ਼ਾਰਾਂ ਉਹ ਨੇ ਜਿਨ੍ਹਾਂ ਹਾਲੇ ਤੱਕ ਸਿਰਫ ਇੱਕ ਹੀ ਡੋਜ਼ ਲਵਾਈ ਹੋਈ ਹੈ। ਕਿਊਬੈਕ ਸਰਕਾਰ ਮਹਾਮਾਰੀ ਕਾਰਨ ਲੋੜੋਂ ਵੱਧ ਪਏ ਬੋਝ ਅਤੇ ਜ਼ਬਰਦਸਤੀ ਯਾਨੀ ਮੈਂਡੇਟਰੀ ਓਵਰਟਾਈਮ ਦੀ ਸ਼ਰਤ ਦੀ ਵਜ੍ਹਾ ਨਾਲ ਕੰਮ ਛੱਡ ਗਏ ਨਰਸਿਸ ਸਟਾਫ ਨੂੰ ਵੀ ਵਾਪਸ ਬੁਲਾਉਣ ਵਾਸਤੇ 12 ਤੋਂ 15,000 ਡਾਲਰ ਤੱਕ ਦਾ ਬੋਨਸ ਦੇਣ ਨੂੰ ਤਿਆਰ ਬੈਠੀ ਹੈ, ਪਰ ਨਰਸਿੰਗ ਸਟਾਫ ਵਾਪਸ ਨਹੀਂ ਆਉਣਾ ਚਾਹੁੰਦਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਜ਼ਬਰਦਸਤੀ ਓਵਰਟਾਈਮ ਕਰਾਇਆ ਜਾਂਦਾ ਰਿਹਾ, ਇਸ ਕਰਕੇ ਉਹ ਪਬਲਿਕ ਸੈਕਟਰ ਵੱਲੋਂ ਚਲੇ ਗਏ ਨੇ। ਫੈਡਰਲ ਲਿਬਰਲ ਸਰਕਾਰ ਨੇ 30 ਸਤੰਬਰ ਨੂੰ ਹਰ ਸਾਲ ਨੈਸ਼ਨਲ ਡੇ ਫॉर ਟਰੂਥ ਐਂਡ ਰੈਕਨਸੀਲੀਏਸ਼ਨ ਦੇ ਤੌਰ ਤੇ ਮਨਾਉਣ ਦਾ ਐਲਾਨ ਕਰਦਿਆਂ ਫੈਡਰਲ ਸਟੈਚੂਟਰੀ ਹੌਲੀਡੇ ਦਾ ਐਲਾਨ ਕੀਤਾ ਹੋਇਆ ਹੈ। ਅਲਬਰਟਾ ਨੇ ਕਿਹਾ ਕਿ ਸੂਬਾਈ ਰੈਗੂਲੇਸ਼ਨਸ ਤਹਿਤ ਆਉਂਦੇ ਅਦਾਰਿਆਂ ਲਈ ਕੋਈ ਛੁੱਟੀ ਨਹੀਂ ਹੋਏਗੀ। ਜਿਹੜੇ ਆਪੋ ਆਪਣੇ ਪੱਧਰ ਤੇ ਛੁੱਟੀ ਕਰਨਾ ਚਾਹਣ ਉਹ ਅਦਾਰੇ ਕਰ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਨੇ ਵੀ ਇਸ ਨੂੰ ਪ੍ਰੋਵਿੰਸ਼ੀਅਲ ਸਟੈਟ ਹੌਲੀਡੇ ਨਹੀਂ ਐਲਾਨਿਆ, ਜਦ ਕਿ ਵੱਡੇ ਪੱਧਰ ਤੇ ਸਕੂਲ ਬੰਦ ਹੀ ਸਨ ਤੇ ਜ਼ਿਆਦਾਤਰ ਦਫ਼ਤਰ ਵੀ ਬੰਦ ਹੀ ਰਹੇ। ਛੁੱਟੀ 1.5 ਲੱਖ ਦੇ ਕਰੀਬ ਮੂਲ ਨਿਵਾਸੀ ਬੱਚਿਆਂ ਨਾਲ ਦਹਾਕਿਆਂ ਤੱਕ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਹੋਏ ਮਾਨਸਿਕ, ਸਰੀਰਕ ਤੇ ਜਿਣਸੀ ਅਸੌਲਟ ਅਤੇ ਅਬਿਊਜ਼ ਲਈ ਪਛਤਾਵੇ ਵਜੋਂ ਐਲਾਨੀ ਗਈ ਸੀ। ਮਾਪਿਆਂ ਤੋਂ ਦੂਰ ਗੁੰਮਨਾਮ ਮੌਤਾਂ ਮਰੇ ਨਾ ਮੂਲ ਨਿਵਾਸੀ ਬੱਚਿਆਂ ਨੂੰ ਸ਼ਰਧਾਂਜਲੀ ਵਜੋਂ ਇਹ ਦਿਨ ਮਨਾਇਆ ਜਾਣਾ ਸੀ। ਸਭ ਤੋਂ ਵੱਧ ਰੈਜ਼ੀਡੈਂਸ਼ੀਅਲ
ਰੈਜ਼ੀਡੈਂਸ਼ੀਅਲ ਸਕੂਲ ਅਲਬਰਟਾ ਵਿੱਚ ਸਨ ਜਿਸ ਨੇ ਛੁੱਟੀ ਨਹੀਂ ਕੀਤੀ। ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਸਾਈਟਸ ਤੋਂ ਗੁੰਮਨਾਮ ਕਬਰਾਂ ਮਿਲਣ ਦਾ ਸਿਲਸਿਲਾ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਹੋਇਆ ਸੀ, ਜਿਸ ਨੇ ਵੀ ਸਟੈਟ ਹੌਲੀਡੇ ਨਹੀਂ ਐਲਾਨਿਆ। ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਤਾਂ ਛੁੱਟੀ ਨਹੀਂ ਐਲਾਨੀ, ਪਰ ਸਕੂਲ ਬੰਦ ਰਹੇ। ਪ੍ਰੋਵਿੰਸ਼ੀਅਲ ਜੂਰਿਸਡਿਕਸ਼ਨ ਵਿੱਚ ਆਉਂਦੇ ਕਈ ਅਦਾਰੇ ਵੀ ਬੰਦ ਹੀ ਰਹੇ। ਇੱਕ ਦਿਲਚਸਪ ਗੱਲ 19 ਸਤੰਬਰ ਨੂੰ ਹੋਰ ਹੋਈ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਕਾਲੇ ਇਤਿਹਾਸ ਦੇ ਨਾਂ ਤੇ ਮਨਾਇਆ ਜਾਂਦਾ ਔਰੇਂਜ ਸ਼ਰਟ ਡੇ 29 ਸਤੰਬਰ ਨੂੰ ਸੀ। 30 ਤਰੀਕ ਨੂੰ ਨੈਸ਼ਨਲ ਡੇ ਫॉर ਟਰੂਥ ਐਂਡ ਰੈਕਨਸੀਲੀਏਸ਼ਨ ਐਲਾਨਣ ਵਾਲੀ ਟਰੂਡੋ ਸਰਕਾਰ ਨੇ 29 ਸਤੰਬਰ ਦੀ ਸ਼ਾਮ ਪਾਰਲੀਮੈਂਟ ਬਿਲਡਿੰਗ ਵਿੱਚ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਵੀ ਰੱਖਿਆ ਸੀ ਤੇ ਇਸੇ ਦਿਨ ਟਰੂਡੋ ਸਰਕਾਰ ਇੱਕ ਅਪੀਲ ਅਦਾਲਤ ਵਿੱਚ ਹਾਰ ਗਈ। ਮਾਮਲਾ 2019 ਦਾ ਹੈ। ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਨੇ ਫੈਡਰਲ ਸਰਕਾਰ ਨੂੰ ਕਿਹਾ ਕਿ ਦਹਾਕਿਆਂ ਤੱਕ ਫੈਡਰਲ ਸਰਕਾਰਾਂ ਮੂਲ ਨਿਵਾਸੀ ਰਿਜ਼ਰਵਸ ਤੇ ਰਹਿੰਦੇ ਬੱਚਿਆਂ ਨੂੰ ਚਾਈਲਡ ਐਂਡ ਫੈਮਿਲੀ ਵੈਲਫੇਅਰ ਫੰਡਿੰਗ ਤਹਿਤ ਘੱਟ ਰਕਮ ਦਿੰਦੀਆਂ ਆਈਆਂ ਨੇ ਤੇ ਇਸ ਦੇ ਹਰਜਾਨੇ ਵਜੋਂ ਹੁਣ ਪ੍ਰਤੀ ਬੱਚਾ $40,000 ਦਾ ਹਰਜਾਨਾ ਅਦਾ ਕੀਤਾ ਜਾਏ। ਪਰ ਟਰੂਡੋ ਸਰਕਾਰ ਨੇ ਆਪਣੇ ਤੋਂ ਪਿਛਲੀਆਂ ਸਰਕਾਰਾਂ ਦੀ ਇਸ ਗਲਤੀ ਨੂੰ ਸੁਧਾਰਨ ਦੀ ਬਜਾਏ ਇਸ ਫੈਸਲੇ ਦੇ ਖਿਲਾਫ ਹੀ ਅਪੀਲ ਕਰ ਦਿੱਤੀ, ਜੋ ਕਿ 29 ਸਤੰਬਰ ਨੂੰ ਹਾਰ ਗਈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇਸ਼ ਦੇ ਪਹਿਲੇ ਡੇ ਆਫ ਟਰੂਥ ਐਂਡ ਰੈਕਨਸੀਲੀਏਸ਼ਨ ਦੇ ਮੌਕੇ ਕਿਸੇ ਰਸਮ ਵਿੱਚ ਸ਼ਾਮਲ ਵੀ ਨਹੀਂ ਹੋਏ, ਸਗੋਂ ਆਪਣੇ ਪਰਿਵਾਰ ਸਮੇਤ ਬ੍ਰਿਟਿਸ਼ ਕੋਲੰਬੀਆ ਦੇ ਟੋਫੀਨੋ ਨਾਮਕ ਆਈਲੈਂਡ ਤੇ ਛੁੱਟੀ ਮਨਾਉਣ ਚਲੇ ਗਏ, ਜਿਸ ਮਗਰੋਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਖਾਸੀ ਆਲੋਚਨਾ ਵੀ ਹੋ ਰਹੀ ਹੈ। ਹਾਲਾਂਕਿ ਉਹਨਾਂ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਾਈਮ ਮਿਨਿਸਟਰ ਉਸ ਦਿਨ ਟੋਫੀਨੋ ਵਿੱਚ ਸਨ ਜ਼ਰੂਰ, ਪਰ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਨਾਲ ਉਹਨਾਂ ਨੇ ਫੋਨ ਤੇ ਕਾਫੀ ਲੰਮੀ ਗੱਲਬਾਤ ਕੀਤੀ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਕੋਵਿਡ-19 ਕਰਕੇ ਬੰਦ ਚੱਲ ਰਹੀਆਂ ਡਾਇਰੈਕਟ ਫਲਾਈਟਸ ਸ਼ੁਰੂ ਹੋ ਚੁੱਕੀਆਂ ਨੇ। ਇਨਡਾਇਰੈਕਟ ਫਲਾਈਟਸ ਰਾਹੀਂ ਪਹਿਲਾਂ ਵੀ ਆਵਾਜਾਈ ਚੱਲ ਰਹੀ ਸੀ, ਪਰ ਚੀਨ ਵੱਲੋਂ ਅਜੇ ਵੀ ਭਾਰਤੀਆਂ ਨੂੰ ਚੀਨ ਦਾਖਲਾ ਨਹੀਂ ਦਿੱਤਾ ਜਾ ਰਿਹਾ। 25,000 ਤੋਂ ਵੱਧ ਵਿਦਿਆਰਥੀ ਅਤੇ ਵਪਾਰੀ ਚੀਨ ਵਾਪਸ ਜਾਣ ਦੀ ਉਡੀਕ ਵਿੱਚ ਨੇ, ਜੋ ਪਹਿਲਾਂ ਵੀ ਉੱਥੇ ਰਹਿੰਦੇ ਸਨ। ਇਹਨਾਂ ਵਿੱਚੋਂ ਵੱਡੀ ਗਿਣਤੀ ਮੈਡੀਕਲ ਸਟੂਡੈਂਟਸ ਨੇ। ਚੀਨ ਨੇ 18 ਮਹੀਨਿਆਂ ਤੋਂ ਭਾਰਤ ਤੋਂ ਉਡਾਨਾਂ ਤੇ ਰੋਕ ਲਾਈ ਹੋਈ ਹੈ। ਇੰਨਾ ਹੀ ਨਹੀਂ, ਇਸ ਸਾਲ ਮਾਰਚ ਤੋਂ ਚੀਨ ਨੇ ਭਾਰਤ ਵਿੱਚ ਰਹਿ ਗਏ ਆਪਣੇ ਹੀ ਚੀਨੀ ਨਾਗਰਿਕਾਂ ਦੀ ਵੀ ਚੀਨ ਵਾਪਸੀ ਬੰਦ ਕਰ ਦਿੱਤੀ। ਭਾਰਤ ਦਾ ਵਿਦੇਸ਼ ਯਾਤਰਾ ਨੂੰ ਲੈ ਕੇ ਇੱਕ ਹੋਰ ਰੇੜਕਾ ਬਰਤਾਨੀਆ ਨਾਲ ਵੀ ਚੱਲ ਰਿਹਾ ਹੈ, ਜਿਸ ਬਾਰੇ ਇਸ ਹਫ਼ਤੇ ਇੱਕ ਤਾਜ਼ਾ ਖਬਰ ਆਈ ਹੈ। ਬਰਤਾਨੀਆ ਵਿੱਚ ਜਾਣ ਵਾਲੇ ਫੁੱਲੀ ਵੈਕਸੀਨੇਟਿਡ ਭਾਰਤੀਆਂ ਨੂੰ ਵੈਕਸੀਨੇਟਿਡ ਹੋਣ ਦੇ ਬਾਵਜੂਦ 10 ਦਿਨ ਵਾਸਤੇ ਕੁਆਰੰਟੀਨ ਕਰਨਾ ਪੈ ਰਿਹਾ ਹੈ। ਭਾਰਤ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਜਾ ਰਹੇ ਸਰਟੀਫਿਕੇਟ ਆਫ ਵੈਕਸੀਨੇਸ਼ਨ ਨੂੰ ਯੂਕੇ ਵਿੱਚ ਮਾਨਤਾ ਨਹੀਂ ਦਿੱਤੀ ਜਾ ਰਹੀ। ਇਸ ਦੇ ਜਵਾਬ ਵਿੱਚ ਹੁਣ ਭਾਰਤ ਨੇ ਵੀ ਬਦਲੇ ਦੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ। ਆਉਂਦੀ 4 ਅਕਤੂਬਰ ਤੋਂ ਇਹੀ ਨਿਯਮ ਹੁਣ ਬਰਤਾਨੀਆ ਤੋਂ ਭਾਰਤ ਜਾਣ ਵਾਲੇ ਲੋਕਾਂ ਤੇ ਵੀ ਹੋਣਗੇ, ਭਾਵੇਂ ਕਿ ਉਹ ਫੁੱਲੀ ਵੈਕਸੀਨੇਟਿਡ ਹੀ ਕਿਉਂ ਨਾ ਹੋਣ। ਸੋ 4 ਅਕਤੂਬਰ ਤੋਂ ਭਾਰਤ ਆਉਣ ਵਾਲੇ ਯੂਕੇ ਵਾਸੀਆਂ ਨੂੰ ਹੁਣ ਆਪਣਾ RT-PCR ਟੈਸਟ ਕਰਾ ਕੇ ਆਉਣਾ ਪਏਗਾ। ਭਾਰਤ ਪਹੁੰਚਣ ਤੇ ਵੀ ਇਹ ਟੈਸਟ ਹੋਏਗਾ ਤੇ 8ਵੇਂ ਦਿਨ ਫਿਰ ਹੋਏਗਾ। ਇਸ ਤੋਂ ਇਲਾਵਾ ਸਾਰੇ ਹੀ ਯੂਕੇ ਵਾਸੀ ਭਾਰਤ ਆਉਣ ਤੇ ਭਾਵੇਂ ਕਿ ਉਹ ਫੁੱਲੀ ਵੈਕਸੀਨੇਟਿਡ ਹੀ ਕਿਉਂ ਨਾ ਹੋਣ, ਆਪਣੇ ਖਰਚੇ ਤੇ 10 ਦਿਨ ਕੁਆਰੰਟੀਨ ਵੀ ਹੋਣਗੇ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਖਿਲਾਫ ਟੀਕਾਕਰਨ ਦੀ ਗਤੀ ਨੂੰ ਵੇਖਦੇ ਹੋਏ ਨਿਊਜ਼ੀਲੈਂਡ ਸਰਕਾਰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਹੋਮ ਆਈਸੋਲੇਸ਼ਨ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਗੀ। ਵਰਤਮਾਨ ਵਿੱਚ ਨਿਊਜ਼ੀਲੈਂਡ ਵਾਸੀਆਂ ਨੂੰ ਵਿਦੇਸ਼ਾਂ ਤੋਂ ਘਰ ਪਰਤਣ ਤੇ 2 ਹਫ਼ਤਿਆਂ ਵਾਸਤੇ ਹੋਟੈਲਸ ਵਿੱਚ ਕੁਆਰੰਟੀਨ ਕਰਨਾ ਪੈਂਦਾ ਹੈ, ਪਰ ਹੁਣ ਅਜਿਹਾ ਸ਼ਾਇਦ ਨਹੀਂ ਹੋਏਗਾ। ਆਰਡਨ ਨੇ ਕਿਹਾ ਹੈ ਕਿ ਇਹ ਪਾਇਲਟ ਪ੍ਰੋਗਰਾਮ ਨਿਊਜ਼ੀਲੈਂਡ ਦੇ ਲੋਕਾਂ ਨੂੰ ਘਰ ਵਿੱਚ ਆਈਸੋਲੇਸ਼ਨ ਦੀ ਇਜਾਜ਼ਤ ਦੇਵੇਗਾ। ਇਸ ਵਿੱਚ 150 ਕਾਰੋਬਾਰੀ ਪਾਇਲਟ ਪ੍ਰੋਗਰਾਮ ਦੇ ਤੌਰ ਤੇ ਸ਼ਾਮਲ ਕੀਤੇ ਜਾਣਗੇ ਤੇ ਇਸ ਤੋਂ ਬਾਅਦ ਆਮ ਲੋਕਾਂ ਨੂੰ ਵੀ ਇਹ ਸੁਵਿਧਾ ਮਿਲੇਗੀ। 30 ਅਕਤੂਬਰ ਤੋਂ 8 ਦਸੰਬਰ ਦੇ ਵਿਚਕਾਰ ਜਿਹੜੇ ਲੋਕ ਦੇਸ਼ ਵਾਪਸ ਆਉਣਗੇ ਉਹਨਾਂ ਵਾਸਤੇ ਇਹ ਪਾਇਲਟ ਚਲਾਇਆ ਜਾਏਗਾ। ਪ੍ਰੋਗਰਾਮ ਦੇ ਤਹਿਤ ਵਾਪਸ ਪਰਤੇ ਲੋਕਾਂ ਦੀ ਨਿਗਰਾਨੀ ਅਤੇ ਪਰੀਖਣ ਕੀਤਾ ਜਾਏਗਾ। ਦੇਸ਼ ਵਿੱਚ ਜਾਰੀ ਟੀਕਾਕਰਨ ਮੁਹਿੰਮ ਨੂੰ ਲੈ ਕੇ ਉਹਨਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਆਬਾਦੀ ਵਿੱਚੋਂ 43% ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਾਇਆ ਜਾ ਚੁੱਕਿਆ ਹੈ, ਯਾਨੀ ਉਹ ਫੁੱਲੀ ਵੈਕਸੀਨੇਟਿਡ ਨੇ। ਨਿਊਜ਼ੀਲੈਂਡ ਨੇ ਕੋਰੋਨਾ ਵਾਇਰਸ ਦੇ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ ਤੇ ਡੈਲਟਾ ਵੇਰੀਐਂਟ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਆਸਟ੍ਰੇਲੀਆ ਤੋਂ ਵੀ ਕੁਝ ਚੰਗੀ ਖਬਰ ਆਈ ਹੈ। ਆਸਟ੍ਰੇਲੀਆ ਨਵੰਬਰ ਤੋਂ ਕੌਮਾਂਤਰੀ ਸਰਹੱਦ ਖੋਲ੍ਹਣ ਜਾ ਰਿਹਾ ਹੈ, ਜਿੱਥੇ 80% ਆਬਾਦੀ ਦੇ ਫੁੱਲੀ ਵੈਕਸੀਨੇਸ਼ਨ ਹੋਣ ਤੱਕ ਇਹ ਸ਼ਰਤ ਲਾਈ ਗਈ ਸੀ ਕਿ ਆਸਟ੍ਰੇਲੀਅਨਸ ਖੁਦ ਵੀ ਦੇਸ਼ ਤੋਂ ਬਾਹਰ ਨਹੀਂ ਜਾਣਗੇ। ਇੰਨਾ ਹੀ ਨਹੀਂ, ਫਿਲਹਾਲ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਆਪਸ ਵਿੱਚ ਵੀ ਗੈਰ ਜ਼ਰੂਰੀ ਯਾਤਰਾ ਤੇ ਰੋਕ ਲੱਗੀ ਹੋਈ ਹੈ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਨ ਤੋਂ ਨੂੰ ਦਿਓ ਇਜਾਜ਼ਤ।